ਪੁਲਾੜ ਪਰੀ ਕਲਪਨਾ ਚਾਵਲਾ ਜੀ ਦੇ ਰਚਨਾਕਾਰ ਸੁਨੀਲ ਕੁਮਾਰ ਬੇਦੀ ਜੀ ਹਨ। ਸੁਨੀਲ ਕੁਮਾਰ ਬੇਦੀ ਜੀ ਦਾ ਜਨਮ 3 ਫਰਵਰੀ 1975 ਨੂੰ ਪਿੰਡ ਰਘੂਆਣਾ, ਜ਼ਿਲ੍ਹਾ ਸਿਰਸਾ, ਹਰਿਆਣਾ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਲਾਲ ਚੰਦ ਅਤੇ ਮਾਤਾ ਜੀ ਦਾ ਨਾਮ ਰਾਜਕੁਮਾਰੀ ਸੀ। ਆਓ ਹੁਣ ਕਲਪਨਾ ਚਾਵਲਾ ਦੇ ਮੂਲ ਪਾਠ ਨੂੰ ਸਮਝੀਏ। ਮੈਂ ਦੁਨੀਆ ਦੇ ਕਿਸੇ ਇੱਕ ਖੁੰਝੇ ਲਈ ਜਨਮ ਨਹੀਂ ਲਿਆ। ਮੇਰੇ ਲਈ ਪੂਰੀ ਦੁਨੀਆ ਹੀ ਮੇਰੀ ਮਾਤ ਭੂਮੀ ਹੈ। ਦੂਜੇ ਸ਼ਬਦਾਂ ਵਿੱਚ ਸਮੁੱਚਾ ਬ੍ਰਹਿਮੰਡ ਮੇਰਾ ਪਰਿਵਾਰ ਹੈ। ਇਹ ਮਹਾਨ ਵਿਚਾਰ ਸਨ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮੁਟਿਆਰ ਡਾਕਟਰ ਕਲਪਨਾ ਚਾਵਲਾ ਦੇ। ਉਹ ਬਚਪਨ ਤੋਂ ਹੀ ਪੱਕੇ ਇਰਾਦੇ ਵਾਲੀ ਸੀ। ਸੋ ਪੱਕੇ ਇਰਾਦੇ ਰੱਖਣ ਵਾਲੀ ਕਲਪਨਾ ਚਾਵਲਾ ਦਾ ਜਨਮ 1 ਜੁਲਾਈ 1961 ਨੂੰ ਮਾਂ ਸੰਯੋਗਤਾ ਦੀ ਕੁੱਖੋਂ ਕਰਨਾਲ ਵਿਖੇ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਬਨਾਰਸੀ ਲਾਲ ਸੀ। ਉਹ ਆਪਣੇ 4 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਉਸ ਨੂੰ ਸਭ ਪਿਆਰ ਦੇ ਨਾਲ ਮੋਂਟੂ ਕਹਿੰਦੇ ਸਨ। ਉਸ ਦਾ ਮੁੱਢਲਾ ਜੀਵਨ ਕਰਨਾਲ ਵਿਖੇ ਹੀ ਬੀਤਿਆ। ਘਰ ਦੀ ਛੱਤ ਉੱਤੇ ਲੇਟੇ ਉਹ ਚੰਨ ਤਾਰਿਆਂ ਦੀ ਰਹੱਸਮਈ ਦੁਨੀਆ ਬਾਰੇ ਸੋਚਦੀ ਰਹਿੰਦੀ ਸੀ। ਕਲਪਨਾ ਨੇ ਚੌਥੀ ਜਮਾਤ ਵਿੱਚ ਸਪੇਸ ਸ਼ਟਲ ਦਾ ਮਾਡਲ ਬਣਾਇਆ ਸੀ ਅਤੇ ਕਿਹਾ ਕਿ ਵੱਡੀ ਹੋ ਕੇ ਇਸ ਤਰ੍ਹਾਂ ਸਪੇਸ ਸ਼ਟਲ ਵਿੱਚ ਯਾਤਰਾ ਕਰੇਗੀ। ਉਸਨੇ 10ਵੀਂ ਦੀ ਪ੍ਰੀਖਿਆ ਟੈਗੋਰ ਬਾਲ ਨਿਕੇਤਨ ਸਕੂਲ ਕਰਨਾਲ ਤੋਂ ਪਾਸ ਕੀਤੀ। ਇੱਕ ਪਾਸੇ ਭਾਰਤ ਪਾਕਿਸਤਾਨ ਦੀ ਵੰਡ ਉਪਰੰਤ ਸ਼ੇਖਪੁਰਾ ਪੰਜਾਬ ਤੋਂ ਕਰਨਾਲ ਵਿੱਚ ਆ ਕੇ ਵਸਿਆ ਕਲਪਨਾ ਦਾ ਸਧਾਰਨ ਪਰਿਵਾਰ ਅਤੇ ਦੂਜੇ ਪਾਸੇ ਪੁਲਾੜ ਵਿੱਚ ਜਾਣ ਦੇ ਸੁਪਨੇ ਲੈਣ ਵਾਲੀ ਕਲਪਨਾ। ਇੱਥੋਂ ਦੇ DAV ਕਾਲਜ ਅਤੇ ਦਿਆਲ ਸਿੰਘ ਕਾਲਜ ਤੋਂ ਪ੍ਰੀ ਯੂਨੀਵਰਸਿਟੀ ਅਤੇ ਪ੍ਰੀ ਇੰਜੀਨੀਅਰਿੰਗ ਪਾਸ ਕੀਤੀ। ਇੱਥੇ ਹੀ ਉਸਨੇ ਇੱਕ ਫਲਾਇੰਗ ਕਲੱਬ ਦੀ ਮੈਂਬਰ ਬਣ ਕੇ ਪੁਸ਼ਪਕ ਵਿਮਾਨ ਉਡਾਉਣਾ ਅਤੇ ਗਲਾਈਡਿੰਗ ਕਰਨਾ ਸਿੱਖ ਲਿਆ ਸੀ। ਉਹ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਬੈਚਲਰ ਆਫ ਇੰਜੀਨੀਅਰਿੰਗ ਦੀ ਡਿਗਰੀ ਕਰਨਾ ਚਾਹੁੰਦੀ ਸੀ। ਪਿਤਾ ਆਪਣੀ ਬੇਟੀ ਨੂੰ ਅਧਿਆਪਨ ਜਾਂ ਡਾਕਟਰੀ ਪੇਸ਼ੇ ਵੱਲ ਭੇਜਣਾ ਚਾਹੁੰਦੇ ਸੀ। ਕਲਪਨਾ ਨੇ ਬੜੀ ਮੁਸ਼ਕਿਲ ਨਾਲ ਆਪਣੇ ਪਿਤਾ ਨੂੰ ਰਾਜੀ ਕੀਤਾ। ਉਹ ਕਿਸੇ ਵੱਡੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਗੇ ਵਧ ਰਹੀ ਸੀ। ਉਹ ਸਪੇਸ ਇੰਜੀਨੀਅਰਿੰਗ ਬਣ ਕੇ ਹਵਾ ਵਿੱਚ ਉੱਡਣਾ ਚਾਹੁੰਦੀ ਸੀ। ਪੁਲਾੜ ਵਿੱਚ ਜਾ ਕੇ ਚੰਨ ਤਾਰਿਆਂ ਦੇ ਰਹੱਸ ਨੂੰ ਜਾਣਨਾ ਚਾਹੁੰਦੀ ਸੀ। ਆਪਣੇ ਕਾਲਜ ਦੀ ਮੈਗਜ਼ੀਨ ਲਈ ਲੇਖ ਵੀ ਲਿਖਦੀ ਸੀ। ਉਹ ਪੀੜ ਨੂੰ ਚੀਰ ਕੇ ਅੱਗੇ ਨਿਕਲਣਾ ਜਾਣਦੀ ਸੀ। 4 ਸਾਲ ਦੀ ਸਖਤ ਮਿਹਨਤ ਤੋਂ ਬਾਅਦ 1982 ਵਿੱਚ ਉਸਨੇ BA ਦੀ ਡਿਗਰੀ ਅੱਵਲ ਦਰਜੇ ਵਿੱਚ ਪਾਸ ਕੀਤੀ। ਕਲਪਨਾ ਇੱਕ ਛੋਟੇ ਕੱਦ ਦੀ ਉਤਸ਼ਾਹੀ, ਨਿਡਰ ਤੇ ਬਹਾਦਰ ਕੁੜੀ ਸੀ। ਉਹ ਮਜ਼ਬੂਤ ਇਰਾਦੇ ਰੱਖਣ ਵਾਲੀ, ਮਿਹਨਤੀ ਅਤੇ ਜਾਗਰੂਕ ਸੀ। ਉਸ ਵਿੱਚ ਨੁਮਾਇੰਦਗੀ ਕਰਨ ਦੀ ਕਾਬਲੀਅਤ ਵੀ ਸੀ। ਇਸ ਲਈ ਉਸ ਨੂੰ ਐਰੋ ਐਸਟ੍ਰੋ ਸੁਸਾਇਟੀ ਦੀ ਸਕੱਤਰ ਚੁਣ ਲਿਆ ਗਿਆ ਸੀ। ਉਹ ਕੁੜੀਆਂ ਨੂੰ ਉੱਚ ਸਿੱਖਿਆ ਦੇਣ ਦੇ ਹੱਕ ਵਿੱਚ ਸੀ। ਉਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦੀ ਸੀ ਜੋ ਆਪਣੀ ਧੀਆਂ ਨੂੰ ਕਾਲਜ ਭੇਜਣ ਤੋਂ ਇਨਕਾਰ ਕਰਦੇ ਸੀ। ਉਹ ਸੋਚਦੀ ਸੀ ਕਿ ਔਰਤ ਸਿਰਫ ਘਰ ਦੀ 4 ਦੀਵਾਰੀ ਵਿੱਚ ਕੈਦ ਹੋ ਕੇ ਨਹੀਂ ਰਹਿ ਸਕਦੀ। ਉਸ ਨੂੰ ਘਰ ਤੋਂ ਬਾਹਰ ਆ ਕੇ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। 1982 ਵਿੱਚ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਨੇ ਉਸ ਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਚੁਣ ਲਿਆ। ਸੋ 1982 ਵਿੱਚ ਉਹ ਅਮਰੀਕਾ ਚਲੀ ਗਈ। 1984 ਵਿੱਚ ਯੂਨੀਵਰਸਿਟੀ ਆਫ ਟੈਕਸਾਸ ਅਰਲਿੰਗਟਨ ਤੋਂ ਏਅਰਫੋਰਸ ਇੰਜੀਨੀਅਰਿੰਗ ਦੀ SS ਦੀ ਪੜ੍ਹਾਈ ਪੂਰੀ ਕੀਤੀ ਅਤੇ 1988 ਵਿੱਚ ਉਸਨੇ ਯੂਨੀਵਰਸਿਟੀ ਆਫ ਕੋਲੋਰਾਡੋ ਬੋਲਦਰ ਤੋਂ ਆਪਣੀ ਦੂਜੀ ਮਾਸਟਰ ਡਿਗਰੀ ਅਤੇ PhD ਡਿਗਰੀ ਪ੍ਰਾਪਤ ਕੀਤੀ। ਇਸੇ ਦੌਰਾਨ ਉਸ ਦੀ ਮਿੱਤਰਤਾ ਫਰਾਂਸੀਸੀ ਨੌਜਵਾਨ ਜੀਨ ਪੀਅਰੇ ਹੈਰਿਸਨ ਨਾਲ ਹੋਈ ਸੀ, ਜੋ ਕਾਫੀ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਉਹ ਕਿੱਤੇ ਵਜੋਂ ਇੱਕ ਫਲਾਇੰਗ ਇੰਸਟ੍ਰਕਟਰ ਸੀ। ਦੋਵਾਂ ਦੀਆਂ ਰੁਚੀਆਂ ਅਤੇ ਮਾਨਸਿਕ ਪੱਧਰ ਇੱਕ ਹੋਣ ਕਰਕੇ ਉਹਨਾਂ ਦਾ ਸੰਬੰਧ ਵਿਆਹ ਵਿੱਚ ਤਬਦੀਲ ਹੋ ਗਿਆ। 1988 ਈਸਵੀ ਵਿੱਚ ਕਲਪਨਾ ਨਾਸਾ ਵਿੱਚ ਕੰਮ ਕਰਨ ਲੱਗੀ। ਇੱਥੇ ਉਸ ਨੂੰ KC ਦੇ ਨਾਂ ਨਾਲ ਬੁਲਾਇਆ ਜਾਂਦਾ ਸੀ। ਉਹ ਇੱਕ ਪ੍ਰਮਾਣਿਤ ਫਲਾਈਟ ਇੰਸਟ੍ਰਕਟਰ ਸੀ। ਉਸ ਕੋਲ ਇਕਹਿਰੇ ਇੰਜਨ, ਬਹੁ ਇੰਜਨ, ਹਾਈਡਰੋਪਲੇਟ ਅਤੇ ਗਲਾਈਡਰ ਉਡਾਉਣ ਦਾ ਵਪਾਰਕ ਲਾਇਸੈਂਸ ਸੀ। ਉਸ ਕੋਲ ਏਅਰੋਸਪੇਸ ਨਾਲ ਸੰਬੰਧਿਤ ਕਈ ਡਿਗਰੀਆਂ ਸਨ। 1993 ਈਸਵੀ ਵਿੱਚ ਉਹ ਨਾਸਾ ਵਿੱਚ ਓਵਰ ਮੈਥਡ ਇੱਕ ਨਾਂ ਦੇ ਮਿਸ਼ਨ ਤੇ ਵਾਈਸ ਪ੍ਰੈਜ਼ੀਡੈਂਟ ਅਤੇ ਖੋਜ ਵਿਗਿਆਨੀ ਦੇ ਤੌਰ ਤੇ ਜੁੜ ਗਈ। ਉਸ ਦੀ ਜ਼ਿੰਮੇਵਾਰੀ ਇਹ ਸੀ ਕਿ ਉਸਨੇ ਤਰਲ ਪਦਾਰਥਾਂ ਦੇ ਗਤੀ ਵਿਗਿਆਨ, ਧਰਤੀ ਤੋਂ ਸਿੱਧੀ ਚੜ੍ਹਾਈ ਅਤੇ ਉਤਰਾਈ ਨਾਲ ਸੰਬੰਧਿਤ ਤਕਨੀਕ ਤਿਆਰ ਕਰਨੀ ਅਤੇ ਇਸ ਨੂੰ ਲਾਗੂ ਕਰਨਾ ਸੀ। ਇੱਥੇ ਰਹਿ ਕੇ ਕਲਪਨਾ ਨੇ ਧਰਤੀ ਤੋਂ ਸਿੱਧੀ ਚੜ੍ਹਾਈ ਤੇ ਉਤਰਾਈ ਨਾਲ ਸੰਬੰਧਿਤ ਕੰਮ ਕੀਤਾ। 1995 ਈਸਵੀ ਤੱਕ ਕਲਪਨਾ ਨਾਸਾ ਦੇ ਐਸਟ੍ਰੋਨੌਟ ਕਾਰਪਸ ਦਾ ਮਹੱਤਵਪੂਰਨ ਹਿੱਸਾ ਬਣ ਗਈ ਸੀ। 1996 ਈਸਵੀ ਵਿੱਚ ਕਲਪਨਾ ਦੀ ਚੋਣ ਆਪਣੇ ਜੀਵਨ ਦੇ ਪਹਿਲੇ ਧਰਤੀ ਦੁਆਲੇ ਯਾਤਰਾ ਮਿਸ਼ਨ ਵਿੱਚ ਸਪੇਸ ਸ਼ਟਲ ਦੇ ਇੱਕ ਮਹੱਤਵਪੂਰਨ ਮੈਂਬਰ ਵਜੋਂ ਹੋਈ।
ਇਹ ਮਿਸ਼ਨ STS-87 19 ਨਵੰਬਰ 1997 ਈਸਵੀ ਨੂੰ ਆਰੰਭ ਹੋਇਆ। ਇਸ ਮਿਸ਼ਨ ਦਾ ਉਦੇਸ਼ ਪੁਲਾੜ ਵਿੱਚ ਸਪਾਰਟਨ ਸੈਟੇਲਾਈਟ ਨਾਂ ਦਾ ਉਪਗ੍ਰਹਿ ਨੂੰ ਗ੍ਰਹਿ ਪੱਧ ਉੱਤੇ ਪਾਉਣਾ ਸੀ। ਇਹ ਉਹ ਸਾਲ ਸੀ ਜਦ ਭਾਰਤ ਆਪਣੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਸੀ। ਕਲਪਨਾ ਨੇ ਪੁਲਾੜ ਵਿੱਚੋਂ ਹੀ ਉਸ ਸਮੇਂ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਨਾਲ ਗੱਲ ਕੀਤੀ। ਕਲਪਨਾ ਨੇ ਹਰ ਭਾਰਤੀ ਨਾਗਰਿਕ ਦੇ ਨਾਂ ਆਪਣੇ ਸੰਦੇਸ਼ ਵਿੱਚ ਕਿਹਾ ਸੀ, ਜੇਕਰ ਉਹ ਕੁਝ ਕਰਨਾ ਚਾਹੁੰਦੇ ਹਨ ਤਾਂ ਇਸ ਲਈ ਕਰਨ ਕਿਉਂਕਿ ਇਹ ਉਹਨਾਂ ਦੀ ਅੰਤਰ ਆਤਮਾ ਨੂੰ ਪਸੰਦ ਹੈ। ਜੇਕਰ ਉਹ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣਗੇ ਤਾਂ ਹੀ ਆਪਣੇ ਮੰਜ਼ਿਲ ਉੱਤੇ ਪਹੁੰਚਣ ਵਿੱਚ ਸਫਲ ਹੋਣਗੇ। ਇਸ ਫੇਰੀ ਤੋਂ ਬਾਅਦ ਕਲਪਨਾ ਨੂੰ ਪੁਲਾੜ ਵਿੱਚ ਯਾਤਰਾ ਕਰਨ ਵਾਲੀ ਪਹਿਲੀ ਭਾਰਤੀ ਔਰਤ ਅਤੇ ਦੂਸਰੇ ਭਾਰਤੀ ਹੋਣ ਦਾ ਮਾਣ ਪ੍ਰਾਪਤ ਹੋਇਆ। ਇਸ ਤੋਂ ਪਹਿਲਾਂ 1984 ਈਸਵੀ ਵਿੱਚ ਰਾਕੇਸ਼ ਸ਼ਰਮਾ ਪੁਲਾੜ ਵਿੱਚ ਯਾਤਰਾ ਕਰ ਚੁੱਕਿਆ ਸੀ। ਧਰਤੀ ਦੁਆਲੇ ਯਾਤਰਾ ਮਿਸ਼ਨ ਤੋਂ ਬਾਅਦ ਕਲਪਨਾ ਚਾਵਲਾ ਨੂੰ ਇੱਕ ਤਕਨੀਕੀ ਮਾਹਰ ਦਾ ਰੁਤਬਾ ਪ੍ਰਾਪਤ ਹੋ ਗਿਆ। ਆਪਣੇ ਕੰਮ ਵਿੱਚ ਮਿਹਨਤ ਅਤੇ ਲਗਨ ਕਾਰਨ ਉਸ ਨੂੰ ਇੱਕ ਵੱਖਰੀ ਪਛਾਣ ਪ੍ਰਾਪਤ ਹੋਈ। 2000 ਈਸਵੀ ਵਿੱਚ ਕਲਪਨਾ ਮੁੜ STS-107 ਨਾਂ ਦੇ ਮਿਸ਼ਨ ਦਾ ਹਿੱਸਾ ਬਣੀ। ਉਸ ਨੂੰ ਸੂਖਮ ਗੁਰਤਾ ਸ਼ਕਤੀ ਨਾਲ ਸੰਬੰਧਿਤ ਬਹੁਤ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ। ਇਸ ਮਿਸ਼ਨ ਦਾ ਉਦੇਸ਼ ਧਰਤੀ ਅਤੇ ਪੁਲਾੜ ਵਿਗਿਆਨ ਅਧਿਐਨ ਦਾ ਵਿਸਤਾਰ ਵਿੱਚ ਖੋਜ ਕਰਨੀ ਸੀ। ਕੁਝ ਤਕਨੀਕੀ ਕਾਰਨਾਂ ਕਰਕੇ ਇਸ ਮਿਸ਼ਨ ਨੂੰ ਵਾਰ-ਵਾਰ ਰੱਦ ਕਰਨਾ ਪੈ ਰਿਹਾ ਸੀ। 16 ਜਨਵਰੀ 2003 ਈਸਵੀ ਨੂੰ ਕਲਪਨਾ ਮਿਸ਼ਨ STS-107 ਦੇ ਕੰਮ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਕੋਲੰਬੀਆ ਨਾਂ ਦੇ ਪੁਲਾੜੀ ਜਹਾਜ਼ ਦੀ ਮਹੱਤਵਪੂਰਨ ਮੈਂਬਰ ਬਣ ਕੇ ਖਲਾਅ ਵਿੱਚ ਪੁੱਜੀ। ਦੂਜੀ ਵਾਰ ਪੁਲਾੜ ਵਿੱਚ ਜਾਣ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਮੁੜ ਪੁਲਾੜ ਵਿੱਚ ਜਾਣਾ ਇੱਕ ਸੁਪਨੇ ਵਾਂਗ ਹੈ ਜੋ ਕਿ ਉਸ ਲਈ ਸੁਖਾਵਾਂ ਅਨੁਭਵ ਹੈ। ਇਸ ਮਿਸ਼ਨ ਵਿੱਚ ਕਲਪਨਾ ਨੂੰ ਆਧੁਨਿਕ ਤਕਨਾਲੋਜੀ ਵਿਕਾਸ, ਪੁਲਾੜ ਯਾਤਰੀ, ਸਿਹਤ ਅਤੇ ਸੁਰੱਖਿਆ, ਧਰਤੀ ਅਤੇ ਪੁਲਾੜ ਵਿਗਿਆਨ ਅਧਿਐਨ ਦੇ ਨਾਲ-ਨਾਲ ਸੂਖਮ ਗੁਰਤਾ ਸ਼ਕਤੀ ਨਾਲ ਸੰਬੰਧਿਤ ਜ਼ਿੰਮੇਵਾਰੀ ਦਿੱਤੀ ਗਈ। ਕਲਪਨਾ ਉੱਤੇ ਉਸਦੇ ਸਾਥੀ ਵਿਗਿਆਨੀਆਂ ਨੇ ਮਿਲ ਕੇ ਮਨੁੱਖੀ ਸਰੀਰ ਉੱਤੇ ਅੰਤਰਿਕਸ਼ ਦਾ ਪ੍ਰਭਾਵ, ਕੈਂਸਰ ਕੋਸ਼ਿਕਾਵਾਂ ਦੀ ਸਮੀਖਿਆ, ਕੀਟ ਪਤੰਗਿਆਂ ਉੱਤੇ ਭਾਰਹੀਨਤਾ ਪ੍ਰਭਾਵ ਅਤੇ ਬ੍ਰਹਿਮੰਡ ਦੇ ਹੋਰ ਰਹੱਸਾਂ ਦੀ ਜਾਣਕਾਰੀ ਨਾਲ ਸੰਬੰਧਿਤ ਤਕਰੀਬਨ 80 ਪ੍ਰਯੋਗ ਕੀਤੇ। ਇਸ ਮਿਸ਼ਨ ਵਿੱਚ ਕਲਪਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। 16 ਦਿਨ ਪੁਲਾੜ ਵਿੱਚ ਰਹਿਣ ਉਪਰੰਤ ਕਲਪਨਾ 1 ਫਰਵਰੀ 2003 ਈਸਵੀ ਨੂੰ ਆਪਣੇ ਕੰਮ ਨੂੰ ਪੂਰਾ ਕਰਕੇ ਆਪਣੇ ਸਾਥੀ ਵਿਗਿਆਨੀਆਂ ਨਾਲ ਧਰਤੀ ਵੱਲ ਵਾਪਸ ਆ ਰਹੀ ਸੀ। ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਤੋਂ 16 ਮਿੰਟ ਪਹਿਲਾਂ ਤੱਕ ਸਭ ਠੀਕ ਠਾਕ ਸੀ, ਪਰ ਅਚਾਨਕ ਕੀ ਹੋ ਗਿਆ ਇਸ ਦੀ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ। ਕੰਟਰੋਲ ਰੂਮ ਵੱਲੋਂ ਕੋਲੰਬੀਆ ਨਾਲ ਕਈ ਵਾਰ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਸਫਲਤਾ ਨਾ ਮਿਲੀ। ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਸਮੇਂ ਗੁਰੂਤਾ ਸ਼ਕਤੀ ਕਾਰਨ ਜਹਾਜ਼ ਦੀ ਰਫ਼ਤਾਰ ਅਤੇ ਤਾਪਮਾਨ ਵਿੱਚ ਵਾਧਾ ਹੋ ਜਾਂਦਾ ਹੈ, ਜਿਸ ਕਾਰਨ ਇਹ ਸਮਾਂ ਸੰਕਟ ਭਰਿਆ ਹੁੰਦਾ ਹੈ। ਕਲਪਨਾ ਚਾਵਲਾ ਅਤੇ 6 ਹੋਰ ਪੁਲਾੜ ਵਿਗਿਆਨੀਆਂ ਨੂੰ ਮਿਸ਼ਨ ਉੱਤੇ ਲੈ ਕੇ ਗਏ ਕੋਲੰਬੀਆ ਯਾਨ ਦੇ ਮੁਸੀਬਤ ਵਿੱਚ ਫਸਣ ਦੇ ਸਬੂਤ ਪ੍ਰਾਪਤ ਹੋ ਗਏ ਸਨ। ਕੰਟਰੋਲ ਰੂਮ ਵਿੱਚ ਬੈਠੇ ਲੋਕ ਸ਼ਾਂਤ ਸਨ। ਪੁਲਾੜੀ ਜਹਾਜ਼ ਦੀ ਚੁੱਪ ਉਹਨਾਂ ਸਭਨਾਂ ਉੱਤੇ ਭਾਰੀ ਪੈ ਰਹੀ ਸੀ। 1 ਫਰਵਰੀ 2003 ਈਸਵੀ ਦੀ ਸ਼ਾਮ ਨੂੰ 7:30 ਵਜੇ ਇਹ ਪੁਲਾੜੀ ਜਹਾਜ਼ ਇੱਕ ਧਮਾਕੇ ਨਾਲ ਤਬਾਹ ਹੋ ਗਿਆ। ਕਲਪਨਾ ਚਾਵਲਾ ਸਮੇਤ 7 ਪੁਲਾੜ ਵਿਗਿਆਨੀ ਖਲਾਅ ਵਿੱਚ ਹੀ ਅਲੋਪ ਹੋ ਗਏ। ਖੁਸ਼ੀ ਮਾਤਮ ਵਿੱਚ ਬਦਲ ਗਈ। ਅਮਰੀਕਾ ਦਾ ਝੰਡਾ ਝੁਕਾ ਦਿੱਤਾ ਗਿਆ ਸੀ। ਇਹ ਸਦਮਾ ਕਲਪਨਾ ਦੇ ਪਰਿਵਾਰ ਲਈ ਅਸਹਾਇ ਸੀ। ਸਾਰਾ ਸੰਸਾਰ ਇਸ ਸਦਮੇ ਤੋਂ ਦੁਖੀ ਸੀ। ਦੇਸ਼ਾਂ ਵਿਦੇਸ਼ਾਂ ਤੋਂ ਮੁਖੀਆਂ ਦੇ ਸੋਗ ਸੰਦੇਸ਼ ਆਉਣ ਲੱਗੇ। ਕਲਪਨਾ ਨੇ ਆਪ ਇੱਕ ਵਾਰ ਕਿਹਾ ਸੀ ਕਿ ਜਦ ਉਸ ਦੇ ਮਰਨ ਦਾ ਸਮਾਂ ਆਵੇਗਾ ਤਾਂ ਉਹ ਪੁਲਾੜ ਵਿੱਚ ਮਰਨਾ ਪਸੰਦ ਕਰੇਗੀ। ਉਸ ਦੀ ਕਹੀ ਹੋਈ ਇਹ ਗੱਲ ਸਭ ਨੂੰ ਯਾਦ ਆ ਰਹੀ ਸੀ। ਕੋਲੰਬੀਆ ਸ਼ਟਲ ਦਾ ਮਲਬਾ ਲੁਸਿਆਨਾ ਅਤੇ ਟੈਕਸਾਸ ਦੇ ਇਲਾਕੇ ਵਿੱਚ ਫੈਲ ਗਿਆ। ਇਸ ਮਲਬੇ ਦੇ ਕੁਝ ਟੁਕੜੇ ਹੀ ਮਿਲ ਸਕੇ। ਮਰਨ ਉਪਰੰਤ ਉਸ ਨੂੰ ਸਨਮਾਨ ਵਜੋਂ ਕਈ ਸਰਵਿਸ ਮੈਡਲ ਪ੍ਰਾਪਤ ਹੋਏ। ਉਸ ਦੇ ਸਨਮਾਨ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਅਨੇਕਾਂ ਇਨਾਮਾਂ ਅਤੇ ਸੰਸਥਾਵਾਂ ਦੀ ਸਥਾਪਨਾ ਹੋਈ। ਯੂਨੀਵਰਸਿਟੀ ਆਫ ਕੋਲੋਰਾਡੋ ਵੱਲੋਂ 1983 ਈਸਵੀ ਤੋਂ ਦਿੱਤੇ ਜਾਂਦੇ ਆਊਟਸਟੈਂਡਿੰਗ ਰੀਸੈਂਟ ਐਲੂਮਨੀ ਅਵਾਰਡ ਦਾ ਨਾਂ ਬਦਲ ਕੇ ਕਲਪਨਾ ਚਾਵਲਾ ਅਵਾਰਡ ਰੱਖਿਆ ਗਿਆ। ਕਰਨਾਲ ਵਿਖੇ ਕਲਪਨਾ ਚਾਵਲਾ ਮੈਡੀਕਲ ਕਾਲਜ ਸਥਾਪਿਤ ਕੀਤਾ ਗਿਆ। ਹਰਿਆਣਾ ਸਰਕਾਰ ਨੇ ਕੁਰੂਕਸ਼ੇਤਰ ਵਿਖੇ ਕਲਪਨਾ ਚਾਵਲਾ ਤਾਰਾ ਮੰਡਲ ਸਥਾਪਿਤ ਕੀਤਾ। ਦੇਸ਼ਾਂ ਵਿਦੇਸ਼ਾਂ ਤੋਂ ਉਸ ਨੂੰ ਅਨੇਕਾਂ ਸਨਮਾਨ ਮਿਲੇ। ਕਲਪਨਾ ਦੀ ਕਰਨਾਲ ਤੋਂ ਪੁਲਾੜ ਤੱਕ ਦੀ ਯਾਤਰਾ ਸਾਨੂੰ ਕਦੇ ਨਹੀਂ ਭੁੱਲੇਗੀ। ਪੁਲਾੜ ਵਾਸੀ ਕਲਪਨਾ ਨੇ ਹੁਣ ਕਦੇ ਵਾਪਸ ਨਹੀਂ ਆਉਣਾ, ਪਰ ਭਾਰਤ ਇਸ ਅਦੁੱਤੀ ਤੇ ਹੋਣਹਾਰ ਬੇਟੀ ਤੇ ਹਮੇਸ਼ਾ ਮਾਣ ਕਰਦਾ ਰਹੇ।